ਜੇ ਸਾਨੂੰ ਕਿਤੇ ਵੀ ਜਾਣਾ ਪੈ ਗਿਆ, ਚਾਹੇ ਅਕਾਲ ਤਖਤ ਸਾਹਿਬ ਆ ਜਾਂ ਕੋਈ ਹਾਈ ਕੋਰਟ, ਅਸੀਂ ਜਾ ਕੇ ਪੂਰਾ ਮੁਕਾਬਲਾ ਕਰਾਂਗੇ। ਜੇ ਗੁਰੂ ਗ੍ਰੰਥ ਸਾਹਿਬ ਦੀ ਵੀੜ ਇੱਕ ਪਿੰਡ ਦੇ ਵਿੱਚ ਲੈ ਕੇ ਆਉਣੀ ਹੋਵੇ, 5 ਕੇਸਾਂ ਧਾਰੀ ਗੁਰਸਿੱਖ ਨਹੀਂ ਲੱਭਦੇ। ਮੈਂ ਕੁਝ ਅਜਿਹੇ ਲੈਟਰ ਪੈਡ ਵੇਖੇ ਨੇ ਨਿਰਮਲੇ ਸੰਸਥਾਵਾਂ ਦੇ ਜਿਨ੍ਹਾਂ ਉੱਤੇ ਕਾਰ ਹੈ ਹੀ ਨਹੀਂ, ਉਹਨਾਂ ਨੇ ਵੀ 2 ਹੀ ਸ਼ਬਦ ਵਰਤੇ ਨੇ। ਤੁਸੀਂ ਉਹਨਾਂ ਦਾ ਕਦੀ ਵਿਰੋਧ ਕਿਉਂ ਨਹੀਂ ਕੀਤਾ ਜਾਂ ਉਹਦੇ ਲਈ ਤੁਸੀਂ ਅੱਜ ਤੱਕ ਵੀਡੀਓ ਕਿਉਂ ਨਹੀਂ ਬਣਾਈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਏਕਾ ਲਗਾ ਕੇ, ਇੱਕ ਲਗਾ ਕੇ ਜਿਹੜੇ 63 ਭੇਦ ਸੀ ਸਨਾਤਨ ਮੱਤ ਵਾਲੇ ਜਿਹੜੇ ਮੰਨਦੇ ਸੀ, ਉਹਨਾਂ ਨੂੰ ਖਤਮ ਕਰਤਾ। ਕਿ ਤੁਸੀਂ RSS ਦੇ ਏਜੰਟ ਹੋ। ਸਾਨੂੰ ਕੱਪੜੇ ਨਹੀਂ ਦੇਖਣੇ ਚਾਹੀਦੇ, ਉਹਦਾ ਜਿਹੜਾ ਵਿਦਵਤਾ ਦੇਖਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਕੌਮ ਅੱਗੇ ਇੱਕ ਹੋਰ ਦਰਦ ਲੈ ਕੇ ਆਏ ਹਾਂ। ਅੱਜ ਜਿਹੜਾ ਮੇਨ ਮੁੱਦਾ ਹੈ ਉਹ ਹੈ ਮਲੇਸ਼ੀਆ ਦੇ ਵਿੱਚ ਇੱਕ ਸ਼ਖਸ ਵੱਲੋਂ 7 ਕੁਆਂਟਲ ਦਾ ਗੁਰੂ ਗ੍ਰੰਥ ਸਾਹਿਬ ਬਣਾਉਣ ਦਾ, ਜਿਹਦੇ ਵਿੱਚ ਬੇਸ਼ੁਮਾਰ ਗਲਤੀਆਂ ਨੇ। ਉਸ ਸੰਬੰਧ ਦੇ ਵਿੱਚ ਇੱਕ ਅਸੀਂ ਪਿਛਲੀ ਸਮੇਂ ਵੀਡੀਓ ਵੇਖੀ ਸੀ ਗਿਆਨੀ ਗਗਨਦੀਪ ਸਿੰਘ ਜੀ, ਉਹਨਾਂ ਨੇ ਇੱਕ ਵੀਡੀਓ ਪਾ ਕੇ ਇਸ ਦੇ ਵਿੱਚ ਲਿਖੇ ਹੋਏ ਇੱਕ ਓਂਕਾਰ ਦੇ ਸ਼ਬਦ ਦੇ ਆਕਾਰ ਦੇ ਉੱਤੇ ਉਹਦਾ ਵਿਰੋਧ ਵੀ ਜਤਾਇਆ ਸੀ। ਅਸੀਂ ਅੱਜ ਪਹੁੰਚੇ ਹਾਂ ਜੰਡਿਆਲੀ ਖੁਰਦ ਵਿਖੇ ਨਿਰਮਲ ਆਸ਼ਰਮ ਵਿੱਚ, ਜਿਹੜੇ ਕਿ ਆਪ ਖੁਦ ਗੁਰਮਤਿ ਸੇਵਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਵੀ ਨੇ, ਗਿਆਨੀ ਗਗਨਦੀਪ ਸਿੰਘ ਜੀ। ਅਸੀਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਅਤੇ ਜਾਣਦੇ ਹਾਂ ਕਿ ਇਹ ਸਾਰਾ ਮੁੱਦਾ ਕੀ ਹੈ, ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੋਂ ਉਹ ਕੀ ਮੰਗ ਕਰਦੇ ਨੇ, ਜਾਂ ਉਹਨਾਂ ਵੀਰਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਨੇ ਜਿਨ੍ਹਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ, ਜਿਹਦੇ ਵਿੱਚ ਸੀਗਾ ਕਿ ਜਿਹੜਾ 7 ਕੁਆਂਟਲ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਲੇਸ਼ੀਆ ਵਿੱਚ ਤਿਆਰ ਕੀਤਾ ਗਿਆ, ਉਹਦੇ ਵਿੱਚ ਲਿਖੇ ਗਏ ਇੱਕ ਓਂਕਾਰ ਦੇ ਸਰੂਪ ਨੂੰ ਲੈ ਕੇ ਉਹ ਸਾਰਾ ਮਸਲਾ ਤੁਸੀਂ ਸੰਗਤਾਂ ਦੇ ਧਿਆਨ ਵਿੱਚ ਜ਼ਰੂਰ ਦੱਸੋ। ਹਾਂਜੀ, ਸਾਰੀ ਸੰਗਤ ਨੂੰ ਗੁਰੂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ 25/4/2020 ਨੂੰ ਦਾਸ ਨੇ ਇੱਕ ਫੇਸਬੁੱਕ ਦੇ ਉੱਤੇ ਵੀਡੀਓ ਪਾਈ ਸੀ। ਸੋ ਉਸ ਵੀਡੀਓ ਦੇ ਵਿੱਚ ਮੈਂ ਆਪਣੀ ਕੌਨਸੈਂਸ ਮੁਤਾਬਕ ਆਪਣੀਆਂ ਵਿਚਾਰਾਂ ਜਨਤਾ ਦੇ ਅੱਗੇ ਰੱਖੀਆਂ ਸੀਗੀਆਂ ਕਿ ਜਿਹੜਾ ਇੱਕ ਓਂਕਾਰ ਆ, ਇੱਕ ਓਂਕਾਰ ਜਿਹੜਾ ਮਲੇਸ਼ੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਬਹੁਤ ਵੱਡੇ ਆਕਾਰ ਦਾ, ਤਕਰੀਬਨ 700 ਦਾ ਜਿਹੜਾ ਉਹਨਾਂ ਨੇ ਬਣਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਉਹਦਾ ਜਿਹੜਾ ਮੇਨ ਆਰੰਭ ਹੁੰਦਾ ਜਿੱਥੋਂ ਜਿਹੜੀ ਜਿਲਦ ਆ, ਉਹਦੇ ਉੱਤੇ ਨਾ ਇੱਕ ਓਂਕਾਰ ਦਾ ਜਿਹੜਾ ਆਕਾਰ ਆ ਉਹ ਖਤਮੇ ਕਰ ਦਿੱਤੀ ਬਿਲਕੁਲ। ਇਹ ਸਾਡੇ ਸਿੱਖ ਕੌਮ ਲਈ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਜੇ ਕੋਈ ਇਹਨੂੰ ਅੰਡਰਸਟੈਂਡਿੰਗ ਕਰੇ, ਕਿਉਂਕਿ ਜਿਹੜਾ ਸਨਾਤਨ ਮੱਤ ਸੀ ਉਹਦੇ ਅੰਦਰ ਜਿਹੜੇ ਓਮ ਦੇ 63 ਭੇਦ ਮੰਨੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਏਕਾ ਲਗਾ ਕੇ, ਇੱਕ ਲਗਾ ਕੇ ਜਿਹੜੇ 63 ਭੇਦ ਸੀ ਸਨਾਤਨ ਮੱਤ ਵਾਲੇ ਜਿਹੜੇ ਮੰਨਦੇ ਸੀ, ਉਹਨਾਂ ਨੂੰ ਖਤਮ ਕਰਤਾ। ਇੱਕ ਓਂਕਾਰ ਲਾ ਕੇ ਇੱਕ ਕੇਵਲ ਅਕਾਲ ਪੁਰਖ ਦਾ ਵਾਚਕ ਮੰਨਿਆ। ਇੱਕ ਓਂਕਾਰ, ਇੱਕ ਓਂਕਾਰ ਜਿਹੜਾ ਓਮ ਸ਼ਬਦ ਹੈ, ਓਮ ਊੜਾ, ਅਤੇ ਉਹਦਾ ਜਦੋਂ ਅਸੀਂ ਅਰਥ ਕਰਾਂਗੇ ਓਅੰਗ, ਊੜੇ ਦਾ ਮੂੰਹ ਖੁੱਲ੍ਹਾ ਅਤੇ ਐੜੇ ਉੱਤੇ ਟਿੱਪੀ ਓਅੰਕਾਰ। ਜਦੋਂ ਅਸੀਂ ਇਸ ਨੂੰ ਅਰਥਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਇਹਨੂੰ 3 ਮਾਤਰ, 3.5 ਮਾਤਰ, 4 ਮਾਤਰ ਦਾ ਵੀ ਇਹਨੂੰ ਮੰਨਿਆ। ਜਿਹੜੇ ਪੁਰਾਣੇ ਵਿਦਵਾਨ ਨੇ, ਜਾਂ ਅਸੀਂ ਕਿਸੇ ਸੰਪਰਦਾਇ ਵਿੱਚ ਪੜ੍ਹਦੇ ਹਾਂ, ਜਾਂ ਅਸੀਂ ਟਕਸਾਲ ਦੇ ਵਿੱਚ ਜਿੰਨੇ ਵਿਦਿਆਰਥੀ ਪੜ੍ਹਦੇ ਨੇ, ਉਹਨਾਂ ਦੇ ਵਿੱਚ ਜਦੋਂ ਇਹ ਸਟੱਡੀ ਕਰਦੇ ਨੇ ਵੀ ਇੱਕ ਓਂਕਾਰ ਜਿਹੜਾ ਸੰਪੂਰਨ ਆ, ਉਹ ਤਾਂ ਪੂਰੀ ਆਕਾਰ ਦੇ ਨਾਲ ਹੀ ਸੰਪੂਰਨ ਮੰਨਿਆ ਜਾਂਦਾ। ਉਸ ਆਕਾਰ ਦੇ ਨਾਲ ਹੀ ਜਿਹੜਾ ਸਾਰੀ ਗੁਰਬਾਣੀ ਦਾ ਸਾਰ ਅੰਸ਼ ਆ ਉਹਦੇ ਆਲੇ ਦੁਆਲੇ ਹੀ ਘੁੰਮਦਾ ਗਾ, ਮੇਰੀ ਕੌਨਸੈਂਸ ਮੁਤਾਬਕ। ਔਰ ਜਿਹੜਾ ਇੱਕ ਓਂਕਾਰ ਉਹਨਾਂ ਨੇ ਲਿਖਿਆ ਅਤੇ ਜਿਹੜੀ ਆਕਾਰ ਆ ਬਿਲਕੁਲ ਖ਼ਤਮ ਕਰਤੀ, ਅਤੇ 2 ਮਾਤਰਾ ਦਾ ਉਹਨਾਂ ਨੇ ਇੱਕ ਓਂਕਾਰ ਲਿਖਿਆ। ਅਤੇ ਇੱਥੇ ਸਾਡਾ ਵਿਰੋਧ ਆ ਅਤੇ ਬਈ ਇਹ ਉਹਨਾਂ ਨੇ ਬਹੁਤ ਗਲਤ ਕਰਿਆ। ਮੈਂ ਬੇਨਤੀ ਕਰੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਆਪਣੇ ਵੀਡੀਓ ਰਾਹੀਂ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਕੋਈ ਡਿਸੀਜ਼ਨ ਲਿਆ ਜਾਵੇ, ਤਾਂ ਕਿ ਜਿਹੜੇ ਸਿੱਖ ਵਿਰੋਧੀ ਲੋਕ ਨੇ, ਅੱਜ ਇੱਕ ਸਿੱਖ ਧਰਮ ਨੂੰ ਜਾਂ ਸਿੱਖੀ ਦੀ ਫਿਲਾਸਫੀ, ਸਿੱਖ ਨਾਮ ਸਿੱਖਣ ਵਾਲੇ ਸਟੂਡੈਂਟ ਦਾ ਜੋ ਸਾਰੀ ਲਾਈਫ ਸਿੱਖਦਾ ਰਹਿੰਦਾ, ਇੱਥੇ ਗੱਲ ਸਿਖਾਉਣ ਦੀ ਨਹੀਂ ਹੈਗੀ, ਇੱਥੇ ਸਿੱਖਣ ਦੀ ਗੱਲ ਆ
ਤੇ ਜਿਹੜਾ ਉਹਨਾਂ ਨੇ ਇੱਕ ਓਂਕਾਰ ਸਾਪਿਆ ਜਾਂ ਬੀੜ ਉਹਨਾਂ ਨੇ ਆਪਣੇ ਬਣਾਈ ਆ ਗੁਰੂ ਗ੍ਰੰਥ ਸਾਹਿਬ ਦੀ, ਉਹ ਕਿਹਦੀ ਅਥਾਰਟੀ ਦੇ ਨਾਲ ਬਣਾਈ ਆ? ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਆ, ਕਿਉਂਕਿ ਜਦੋਂ ਸਾਡੇ ਤਖ਼ਤ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੀ, ਉਦੋਂ ਵੀ ਇਹ ਫੈਸਲਾ ਲਿਆ ਗਿਆ ਸੀ ਕਿ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਤੋਂ ਬਿਨਾਂ ਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖੂ ਨਹੀਂ। ਸੋ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਤੇ ਇਤਨੇ ਵੱਡੇ ਆਕਾਰ ਦੇ ਬਣਾਉਣ ਦੀ ਲੋੜ ਕੀ ਸੀ ਇਸ ਟਾਈਮ ਦੇ ਵਿੱਚ? ਕਿ ਜਿਹੜੇ ਅੱਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੇ ਵਿੱਚ ਗਿਆਨ ਘੱਟ ਹੈ, ਜਿਹੜਾ ਉਸ ਵੱਡੇ ਆਕਾਰ ਦੀ ਬੀੜ ਬਣਾਉਣ ਦੇ ਵਿੱਚ ਗਿਆਨ ਵੱਧ ਜਾਣਾ ਸੀ। ਸੋ ਲੋੜ ਤਾਂ ਹੁਣ ਤਾਂ ਪੋਥੀਆਂ ਕੋਈ ਪੜ੍ਹਦਾ ਨਹੀਂ, ਕੋਈ ਬਾਣੀ ਨੂੰ ਵਿਚਾਰਦਾ ਨਹੀਂ। ਸਭ ਤੋਂ ਵੱਡੀ ਗੱਲ ਹੈ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ ਤੇ ਗੁਰਬਾਣੀ ਦੇ ਉੱਤੇ ਅਰਥਾਂ ਉੱਤੇ ਫੋਲੋ ਕਰਨਾ, ਇਹ ਸਿੱਖ ਦਾ ਸਿਧਾਂਤ ਆ। ਸੋ ਜਿਹੜਾ ਉਹਨਾਂ ਨੇ ਆਕਾਰ ਖਤਮ ਕਰਤੀ, ਇਹਦੇ ਵਿੱਚ ਇਸ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਆ। ਸੋ ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਔਰ ਪੰਥਕ ਜਿਹੜੇ ਵਿਦਵਾਨ ਨੇ, ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਵਿਸ਼ੇ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ 605 ਵਿੱਚ ਨਾ ਪਵੇ। ਮੈਂ ਕੁਝ ਅਜਿਹੇ ਲੈਟਰ ਪੈਡ ਵੇਖੇ ਨੇ ਨਿਰਮਲੇ ਸੰਸਥਾਵਾਂ ਦੇ ਜਿਨ੍ਹਾਂ ਉੱਤੇ ਕਾਰ ਹੈ ਹੀ ਨਹੀਂ, ਉਹਨਾਂ ਨੇ ਵੀ ਦੋ ਹੀ ਸ਼ਬਦ ਵਰਤੇ ਨੇ। ਤੁਸੀਂ ਉਹਨਾਂ ਦਾ ਕਦੀ ਵਿਰੋਧ ਕਿਉਂ ਨਹੀਂ ਕੀਤਾ ਜਾਂ ਉਹਦੇ ਲਈ ਤੁਸੀਂ ਅੱਜ ਤੱਕ ਵੀਡੀਓ ਕਿਉਂ ਨਹੀਂ ਬਣਾਈ? ਹਾਂਜੀ, ਤੁਹਾਡਾ ਗੁੱਡ ਕੁਐਸਚਨ ਹੈ, ਇਹ ਮੈਂ ਵੈਲਕਮ ਕਰਦਾ। ਤੇ ਕਈ ਐਸੀਆਂ ਸੰਸਥਾਵਾਂ ਨੇ, ਚਲੋ ਆਪ ਜੀ ਨੇ ਨਿਰਮਲ ਸੰਪਰਦਾ ਦਾ ਜ਼ਿਕਰ ਕੀਤਾ। ਨਿਰਮਲ ਸੰਪਰਦਾ ਇੱਕ ਸਿੱਖ ਕੌਮ ਦੀ ਗ੍ਰੈਜੂਏਟ ਔਰ ਵਿਦਵਤਾ ਭਰੀ ਗਿਆਨ ਭਰੀ ਸੰਪਰਦਾ ਗੀ। ਸੋ ਮੈਂ ਕਾਫੀ ਟਾਈਮ ਪਹਿਲਾਂ ਜੋ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਹਰਿਦੁਆਰ, ਜੋ ਨਿਰਮਲਿਆਂ ਦੀ ਇੱਕ ਵੱਡੀ ਸ਼ਾਖਾ ਮੰਨੀ ਜਾਂਦੀ ਆ, ਉਹਦੀ ਇੱਕ ਮੈਨੂੰ ਲੈਟਰ ਪੈਡ ਆਈ, ਉਹਦੇ 'ਤੇ ਮੈਨੂੰ ਸੱਦਾ ਪੱਤਰ ਆਇਆ ਕਿ ਤੁਸੀਂ ਮੀਟਿੰਗ ਦੇ ਵਿੱਚ ਆਉਣਾ। ਉਸ ਲੈਟਰ ਪੈਡ ਦੇ ਉੱਤੇ ਵੀ ਇੱਕ ਓਂਕਾਰ ਦਾ ਜਿਹੜਾ ਆਕਾਰ ਖਤਮ ਕੀਤਾ ਹੋਇਆ ਸੀ। ਮੈਂ ਬਹੁਤ ਸੰਤਾਂ ਨੂੰ, ਮਹਾਤਮਾ ਨੂੰ, ਵਿਦਵਾਨਾਂ ਨੂੰ ਇਹ ਗੱਲ ਕਹੀ ਕਿ ਇੱਕ ਓਂਕਾਰ ਜੇ ਸਿੱਖ ਕੌਮ ਦੀ ਇੱਕ ਵੱਡੀ ਸੰਪਰਦਾ, ਗਿਆਨਵਾਨ ਸੰਪਰਦਾ, ਜਿਹੜੀ ਵਿਦਵਾਨਾਂ ਦੀ ਸ਼ਾਖਾ ਜਾਣੀ ਜਾਂਦੀ ਆ, ਜੇ ਉਹੀ ਇੱਕ ਓਂਕਾਰ ਦੀ ਆਕਾਰ ਖਤਮ ਲੱਗੀ ਕਰਨਾ ਤਾਂ ਆਉਣ ਵਾਲੇ ਇਹ ਫਿਊਚਰ ਦੇ ਵਿੱਚ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਗਾ। ਸੋ ਸਾਨੂੰ ਕਿਤੇ ਨਾ ਕਿਤੇ RSS ਦਾ ਕੋਈ ਨਾ ਕੋਈ ਟੈਗ ਜ਼ਰੂਰ ਲੱਗ ਸਕਦਾ, ਕਿਉਂਕਿ ਇਹ ਕੰਮ RSS ਕਰਦੀ ਆ। ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ, ਭਾਵੇਂ ਉਹ ਨਿਰਮਲ ਸੰਪਰਦਾ, ਭਾਵੇਂ ਉਦਾਸੀਨ ਸੰਪਰਦਾ, ਜਿਹੜੀ ਵੀ ਸੰਪਰਦਾ ਅਕਾਲ ਤਖ਼ਤ ਨੂੰ ਸਮਰਪਿਤ ਆ ਜਾਂ ਗੁਰਬਾਣੀ ਦੇ ਸਿਧਾਂਤ ਨੂੰ ਫੋਲੋ ਕਰਦੀ ਆ, ਗੁਰਮਤ ਦੇ ਧਾਰਨੀ ਨੇ, ਤਾਂ ਇੱਕ ਓਂਕਾਰ ਦਾ ਜਿਹੜਾ ਸਰੂਪ ਆ ਉਹਨੂੰ ਉਹ ਸੰਪੂਰਨ ਲਿਖਣਾ ਚਾਹੀਦਾ, ਆਕਾਰ ਲਿਖਣੀ ਚਾਹੀਦੀ ਹੈ। ਮੈਂ ਉਦੋਂ ਵੀ ਕਈ ਆਪਣੇ ਮਹਾਤਮਾ ਨੂੰ ਇਹ ਜ਼ਿਕਰ ਕੀਤਾ ਸੀ ਕਿ ਇੱਕ ਓਂਕਾਰ ਦੀ ਜਿਹੜੀ ਆਕਾਰ ਆ ਖਤਮ ਕਰੀ ਹੈ, ਬਿਲਕੁਲ ਗਲਤ ਕਰੀ ਆ। ਮੇਰੇ ਕੋਲ ਪ੍ਰੂਫ ਹੈਗਾ, ਕੋਈ ਐਸੀ ਗੱਲ ਨਹੀਂ ਮੈਂ ਬਿਨਾਂ ਪ੍ਰੂਫ ਦੇ ਆਧਾਰ ਦੇ ਨੌਨਸੈਂਸ ਗੱਲਾਂ ਨਹੀਂ ਕਰਦਾ। ਲੌਜਿਕ ਗੱਲ ਹੋਊ, ਮੇਰੇ ਤੱਤ ਹੋਊਗਾ ਗੱਲ ਦੇ ਵਿੱਚ, ਉਹ ਕਿਤੇ ਵੀ ਮੇਰੇ ਨਾਲ ਜਾ ਕੇ ਵਿਚਾਰ ਡਿਸਕਸ ਕਰ ਸਕਦੇ ਨੇ। ਜੇਕਰ ਸਰੂਪ ਦੀ ਗੱਲ ਕਰੀਏ ਤਾਂ ਗਿਆਨੀ ਗੁਰਬਚਨ ਸਿੰਘ ਜੀ ਹੋਣਾ ਵੇਲੇ ਵੀ ਜਦੋਂ ਇਹ ਸਰੂਪ ਸ਼ੁਰੂ ਹੋਇਆ ਸੀ, ਉਦੋਂ ਵੀ ਲਿਖਤੀ ਸ਼ਿਕਾਇਤਾਂ ਉੱਥੇ ਗਈਆਂ ਸੀ, ਪਰ ਉਹਦੇ ਬਾਵਜੂਦ ਸਰੂਪ ਦਾ ਬਣ ਜਾਣਾ, ਉਸ ਤੋਂ ਬਾਅਦ ਹੁਣ ਵੀ ਅਕਾਲ ਤਖ਼ਤ ਦੀ ਸਕੱਤਰੇਤ ਤੋਂ ਸਰੂਪ ਦੇ ਸੰਬੰਧੀ ਕੋਈ ਕਮੇਟੀ ਬਣਾ ਦਿੱਤੀ ਗਈ ਹੈ ਜਾਂ ਬਣਾ ਦਿੱਤੀ ਜਾਵੇਗੀ ਅਤੇ ਉਸ ਨੂੰ ਇਸੇ ਤਰ੍ਹਾਂ ਹੀ ਲਮਕਾ ਦਿੱਤਾ ਜਾਵੇਗਾ, ਜਦ ਕਿ ਸਰੂਪ ਤੇ ਹੁਣ ਹੋਂਦ ਵਿੱਚ ਆ ਗਿਆ। ਅਤੇ ਇਸ ਲਈ ਤੁਸੀਂ ਜਿਹੜੀ ਉਹ 'ਚ ਮੰਗ ਕਰਦੇ ਹੋ ਜਾਂ ਵੀਡੀਓ ਵਿੱਚ ਤੁਸੀਂ ਕਿਹਾ ਵੀ ਅਕਾਲ ਤਖ਼ਤ ਸਾਹਿਬ 'ਤੇ ਧਿਆਨ ਦੇਵੇ, ਅਤੇ ਅਕਾਲ ਤਖ਼ਤ ਸਾਹਿਬ ਨੇ ਜੇ ਪਿੱਛੇ 10 ਸਾਲਾਂ 'ਚ ਧਿਆਨ ਦਿੱਤਾ ਹੁੰਦਾ ਤਾਂ ਸਰੂਪ ਹੋਂਦ 'ਚ ਨਹੀਂ ਸੀ ਆਉਣਾ। ਸੋ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਜੇ ਅਕਾਲ ਤਖ਼ਤ ਸਾਹਿਬ ਕੋਈ ਕਾਰਵਾਈ ਨਹੀਂ ਕਰਦਾ ਤਾਂ ਕੀ ਤੁਸੀਂ ਸਿਰਫ ਵੀਡੀਓ ਪਾ ਕੇ ਜਾਂ ਇੱਦਾਂ ਇੰਟਰਵਿਊ ਦੇ ਕੇ ਛੱਡ ਦਿਓਗੇ ਜਾਂ ਉਹਦੀ ਸਹੀ ਤਰੀਕੇ ਪੈਰਵਾਈ ਵੀ ਕਰੋਗੇ? ਬਿਲਕੁਲ ਜੀ, ਜੇ ਸਾਨੂੰ ਕਿਤੇ ਵੀ ਜਾਣਾ ਪੈ ਗਿਆ, ਚਾਹੇ ਅਕਾਲ ਤਖ਼ਤ ਸਾਹਿਬ ਆ ਜਾਂ ਕੋਈ ਹਾਈ ਕੋਰਟ, ਅਸੀਂ ਜਾ ਕੇ ਪੂਰਾ ਮੁਕਾਬਲਾ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਇੱਕ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ। ਆਉਣ ਵਾਲੀ ਪੀੜ੍ਹੀ ਇੱਕ ਭੰਬਲ ਭੂਸੇ ਵਿੱਚ ਨਾ ਪਵੇ, ਸਿੱਧੇ ਇੱਕ ਓਂਕਾਰ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਸੋ ਮੇਰੀ ਤਾਂ ਇਹੀ ਬੇਨਤੀ ਆ ਕਿ ਕਿਤੇ ਵੀ ਸਾਨੂੰ ਸੰਘਰਸ਼ ਕਰਨਾ ਪਵੇ, ਅਸੀਂ ਤਿਆਰ ਹਾਂ। ਅਸੀਂ ਕਿਸੇ ਪੋਲੀਟੀਕਲ ਤੋਂ ਨਹੀਂ ਕੋਈ ਡਰ ਕੇ ਗੱਲ ਕਰਨੀ ਹੈਗੀ, ਕਿਸੇ ਸੰਪਰਦਾਵਾਂ ਤੋਂ ਡਰ ਕੇ ਗੱਲ ਨਹੀਂ ਕਰਨੀ। ਇਹ ਮੁੱਦਾ ਇੱਕ ਸਿੱਖ ਕੌਮ ਦਾ, ਸਾਰਿਆਂ ਦਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਰਾਵੋ, ਇਹ ਜਿਹੜੀ ਅਸੀਂ ਸ਼ੇਅਰ ਕਰੀ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ, ਉਹ ਦੇਖੋ, ਦਰਸ਼ਨ ਕਰੋ ਜੀ, ਬਹੁਤ ਵੱਡੇ ਆਕਾਰ ਦਾ, ਤਾਂ ਜਰਾ ਸੋਚੋ ਇਹਦੇ ਪਿੱਛੇ ਕੋਈ ਰਾਜ ਹੈ, ਸਿੱਖ ਕੌਮ ਨੂੰ ਕੋਈ ਢਾਹ ਲਾਉਣ ਦਾ ਕੋਈ ਨਾ ਕੋਈ ਮਿਸ਼ਨ ਚੱਲ ਰਿਹਾ। ਸੋ ਇੱਧਰ ਧਿਆਨ ਦੇਣ ਦੀ ਲੋੜ ਆ। ਹਾਂਜੀ, ਤੁਸੀਂ ਜਿਨ੍ਹਾਂ ਨੇ ਲਿਖਿਆ ਉਹਨਾਂ ਤੱਕ ਪਹੁੰਚ ਕੀਤੀ? ਮੈਂ ਪਹੁੰਚ ਕਰਨ ਦਾ ਯਤਨ ਕਰ ਰਿਹਾ।
ਸੋ ਉਹਨਾਂ ਨਾਲ ਵੀ ਮੈਂ ਡਿਸਕਸ ਕਰੂੰਗਾ, ਚਾਹੇ ਮੈਨੂੰ ਉੱਥੇ ਆ ਲੋਕਡਾਊਨ ਤੋਂ ਬਾਅਦ ਜਾ ਕੇ ਉੱਥੇ ਮਲੇਸ਼ੀਆ ਸਾਨੂੰ ਜਾਣਾ ਪਵੇ, ਉਹਨਾਂ ਨਾਲ ਵਿਚਾਰ ਕਰਾਂਗੇ ਅਸੀਂ, ਕਿਉਂਕਿ ਇਹ ਬਹੁਤ ਵੱਡਾ ਇੱਕ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਗੀ। ਹਾਂਜੀ। ਤੁਹਾਨੂੰ ਲੱਗਦਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਬਹੁਤ ਸਾਰੀਆਂ ਇੱਥੇ ਘਟਨਾਵਾਂ ਵਾਪਰੀਆਂ ਨੇ ਬੇਅਦਬੀ ਦੀਆਂ, ਜਿੱਥੇ ਸਾਡੇ ਕੋਲ ਜਿੱਥੇ ਪਾਠੀ ਪਾਠ ਕਰਨ ਨੂੰ ਨਹੀਂ ਲੱਭਦੇ, ਸੇਵਾਦਾਰ ਸੇਵਾ ਕਰਨ ਨੂੰ ਨਹੀਂ ਲੱਭਦੇ, ਐਡੇ ਵੱਡੇ ਸਰੂਪ ਨੂੰ ਰੋਜ਼ ਪ੍ਰਕਾਸ਼ ਕਰਨਾ, ਰੋਜ਼ ਸਿਖਾਸਨ ਕਰਨਾ, ਇਜ਼ ਇਟ ਪੋਸੀਬਲ? ਇਹਦੇ ਬਾਰੇ ਵੀ ਕੁਝ ਕਹਿਣਾ ਚਾਹੋ ਤਾਂ। ਨੋ ਪੋਸੀਬਲ। ਦੇਖੋ ਮੇਰੇ ਜਿਹੜੀ ਵਿਚਾਰ ਆ ਉਹ ਇਹ ਆ ਵੀ ਇੱਕ ਪਿੰਡ ਦੇ ਵਿੱਚ, ਦੇਖੋ ਅਖਬਾਰਾਂ ਵਿੱਚ ਅਸੀਂ ਰੋਜ਼ ਦੇਖਦੇ ਹਾਂ, ਐਨੀਵੇ ਮੈਂ ਪਲੀਜ਼ ਇੱਕ ਪੁਆਇੰਟ ਕਹਿਣਾ ਚਾਹੁੰਦਾ ਬਈ ਸਿੱਖੀ ਦਾ ਪ੍ਰਚਾਰ ਹੋ ਰਿਹਾ ਜੀ। ਅਸੀਂ 400 ਨੂੰ ਅੰਮ੍ਰਿਤ ਛਕਾਤਾ, ਅਸੀਂ 500 ਨੂੰ ਅੰਮ੍ਰਿਤ ਛਕਾਤਾ। ਸੋ ਜੇ ਗੁਰੂ ਗ੍ਰੰਥ ਸਾਹਿਬ ਦੀ ਵੀੜ ਇੱਕ ਪਿੰਡ ਦੇ ਵਿੱਚ ਲੈ ਕੇ ਆਉਣੀ ਹੋਵੇ, 5 ਕੇਸਾਂ ਧਾਰੀ ਗੁਰਸਿੱਖ ਨਹੀਂ ਲੱਭਦੇ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗ੍ਰੰਥੀ ਹੁੰਦਾ, ਈਵਨ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ 99% ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੁੰਦੇ ਨੇ ਅਤੇ ਉਹ ਸੁਖਾਸਨ ਵਾਲੇ ਰੂਮ ਦੇ ਵਿੱਚ ਜਾਂਦੇ ਨਹੀਂ ਹੈਗੇ ਅਤੇ ਉੱਥੇ ਸੁਖਾਸਨ ਕਰੇ ਜਾਂਦੇ ਨੇ। ਉਹਦਾ ਇੱਕ ਕਾਰਨ ਇਹੀ ਆ ਕਿ ਉਹਨਾਂ ਨੂੰ ਕੋਈ ਚੌਰ ਸਾਹਿਬ ਕਰਨ ਵਾਲਾ ਨਹੀਂ ਮਿਲਦਾ ਅਤੇ ਸਿਰ 'ਤੇ ਸਰੂਪ ਲੈਣ ਵਾਲਾ ਨਹੀਂ ਮਿਲਦਾ, 5 ਸਿੰਘ ਨਹੀਂ ਮਿਲਦੇ, 5 ਛੱਡੋ 2 ਸਿੰਘ ਹੀ ਨਹੀਂ ਮਿਲਦੇ ਜੋ ਵੀ ਜਿੱਥੇ ਮਹਾਰਾਜ ਪ੍ਰਕਾਸ਼ ਕਰਦੇ ਹਾਂ ਥੜੇ ਤੋਂ ਲਿਜਾ ਕੇ ਅਸੀਂ ਗੁਰੂ ਸਾਹਿਬ ਦੇ ਸੁਖਾਸਨ ਸਥਾਨ ਦੇ ਉੱਤੇ ਬਿਰਾਜਮਾਨ ਕਰ ਦਈਏ ਜੀ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਨਿਰਮਲੇ ਸੰਤ ਵੱਲੋਂ ਜਾਂ ਨਿਰਮਲੇ ਗਿਆਨੀ ਵੱਲੋਂ ਇਹ ਗੱਲ ਨੂੰ ਚੱਕਿਆ ਗਿਆ ਮੀਡੀਆ ਵਿੱਚ, ਜਦ ਕਿ ਜਦੋਂ ਵੀ ਅਸੀਂ ਭਗਵਾਨ ਸਰੂਪ ਨਿਰਮਲਾ ਦੇਖਦੇ ਹਾਂ ਅਕਸਰ ਨੌਜਵਾਨ ਪੀੜ੍ਹੀ ਮੰਨਦੀ ਹੈ ਕਿ ਤੁਸੀਂ RSS ਦੇ ਏਜੰਟ ਹੋ, ਅਤੇ ਸੋ ਇਸ ਗੱਲ ਨੂੰ ਤੁਸੀਂ ਕਿਸ ਸੰਦਰਭ 'ਚ ਵੇਖਦੇ ਹੋ? ਇਹ ਆਪਣੀ ਕੌਨਸੈਂਸ ਆ। ਸੋ ਐਨੀਵੇ ਸਾਡਾ ਕਿਸੇ RSS ਨਾਲ ਕੋਈ ਤਾਲੁਕ ਨਹੀਂ ਹੈਗਾ। ਅਸੀਂ ਅਕਾਲ ਤਖਤ ਨੂੰ ਮੰਨਦੇ ਹਾਂ, ਅਕਾਲ ਤਖਤ ਦੇ ਪੈ ਦੇ ਵਿੱਚ ਰਹਿੰਦੇ ਹਾਂ, ਗੁਰਮਤਿ ਦੇ ਸਿਧਾਂਤ ਨੂੰ ਫੋਲੋ ਕਰਦੇ ਹਾਂ। ਗੱਲ ਇੱਥੇ ਭਗਵਿਆਂ ਦੀ ਨਹੀਂ ਹੈਗੀ, ਨਾ ਚਿੱਟਿਆਂ ਦੀ ਆ ਨਾ ਨੀਲਿਆਂ ਦੀ। ਮੈਂ ਚਿੱਟੇ ਵੀ ਪਾਉਂਦਾ, ਮੈਂ ਸਾਰੇ ਫੋਰਨ ਕੰਟਰੀਆਂ ਵਿੱਚ ਜਾਣਾ ਚਿੱਟੇ ਭਗਵੇਂ। ਹੁਣ ਮੇਰੇ ਹੁਣ ਕੇਸਰੀ ਦਸਤਾਰ ਸਜਾਈ ਹੋਈ ਆ, ਹੁਣ ਜਦੋਂ ਸਨੈਪ ਆਉਣੀ ਹੈ ਭਗਵੀਂ ਦਿਖਣੀ ਹੈ। ਨਹੀਂ ਵੇ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਇਸ ਗੱਲ ਦੇ ਉੱਤੇ ਉਹ ਨਹੀਂ ਕਰਦਾ ਹੈਗਾ। ਸੋ ਗੱਲ ਵਿਚਾਰਧਾਰਾ ਉਹਦੀ ਸਹੀ ਹੋਣੀ ਚਾਹੀਦੀ ਆ, ਨਿਰੋਲ ਹੋਣੀ ਚਾਹੀਦੀ ਆ, ਅਤੇ ਗੱਲ ਵਿੱਚ ਲੌਜਿਕ ਹੋਣਾ ਚਾਹੀਦਾ। ਸਾਨੂੰ ਕੱਪੜੇ ਨਹੀਂ ਦੇਖਣੇ ਚਾਹੀਦੇ, ਉਹਦਾ ਜਿਹੜਾ ਵਿਦਵਤਾ ਦੇਖਣੀ ਚਾਹੀਦੀ ਆ। ਪਰ ਵਿਦਵਤਾ ਦੇ ਤਾਂ ਹੀ ਦਿਸੂ ਨਾ ਜੇ ਕੋਈ ਕੈਮਰੇ ਮੂਹਰੇ ਅੱਜ ਤੱਕ ਕੋਈ ਨਿਰਮਲੇ ਸੰਤ ਸਮਾਜ ਆਇਆ ਹੋਵੇ ਜਾਂ ਉਹਨਾਂ ਨੇ ਗੁਰਮਤ ਦੇ ਉੱਤੇ ਠੋਕ ਕੇ ਪਹਿਰਾ ਦਿੱਤਾ ਹੋਵੇ, ਇਹਦੇ ਤਾਂ ਹੀ ਗੱਲ ਸਾਹਮਣੇ ਆਏਗੀ ਨਾ ਬਾਤ। ਜਦ ਕਿ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪੰਥਕ ਮੁੱਦੇ ਉੱਤੇ ਜਿਹੜਾ ਕਿ ਸਿਰਫ ਧਰਮ ਨਾਲ ਲਿਟਰੇਚਰ ਨਾਲ ਸੰਬੰਧਿਤ ਹੋਵੇ ਅਤੇ ਕੋਈ ਨਿਰਮਲੇ ਅਖਾੜਾ ਖੁੱਲ੍ਹ ਕੇ ਸਾਹਮਣੇ ਆਇਆ ਹੋਵੇ। ਸੋ ਦੇਖੋ ਕਈ ਐਸੇ ਹੈਗੇ ਨੇ ਜਿਹੜੇ ਵਿਦਵਾਨ ਆਉਂਦੇ ਨੇ ਖੁੱਲ੍ਹ ਕੇ, ਪਰ ਉਹ ਦੋ ਪਾਸੇ ਮਲਵੀ ਦੀ ਗੱਲ ਕਰ ਜਾਂਦੇ ਨੇ। ਸੋ ਐਨੀਵੇ ਮੈਂ ਤਾਂ ਇੱਕ ਡਾਇਰੈਕਟਲੀ ਇੱਕ ਪਾਸੇ ਦੀ ਗੱਲ ਕਰਨੀ ਆ। ਤੁਸੀਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਅਕਾਲ ਤਖਤ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਸਰੂਪ ਦੇ ਮਸਲੇ ਦੇ ਉੱਤੇ? ਹਾਂਜੀ, ਮੈਂ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਸਾਡੇ ਇਸ ਟਾਈਮ ਜੋ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਵੈਲ ਗ੍ਰੈਜੂਏਟ ਨੇ, ਮੈਂ ਉਹਨਾਂ ਦਾ ਇਸ ਗੱਲੋਂ ਰਿਸਪੈਕਟ ਵੀ ਕਰਦਾ। ਸੋ ਮੈਨੂੰ ਮਾਣ ਆ ਵੀ ਜੇ ਇਹ ਉਹਨਾਂ ਤੱਕ ਵੀਡੀਓ ਪਹੁੰਚੇ ਤਾਂ ਉਹ ਕੋਈ ਨਾ ਕੋਈ ਡਿਸੀਜਨ ਇਹਦੇ ਤੋਂ ਸਖਤ ਜ਼ਰੂਰ ਲੈਣਗੇ। ਸੋ ਚੰਗੀ ਵਿਦਵਾਨੀ ਕਮੇਟੀ ਬਣਾ ਕੇ ਉਹ ਡਿਸੀਜਨ ਲਿਆ ਜਾਵੇ ਤਾਂ ਕਿ ਇਸ ਨੂੰ ਇੱਥੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਅਤੇ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਕਰੇ। ਸੋ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਨਿਰਮਲ ਭੇਖ ਨੂੰ ਵੀ, ਔਰ ਚਾਹੇ ਉਦਾਸੀ ਭੇਖ ਆ, ਭਾਵੇਂ ਸੇਵਾ ਪੰਥੀ ਨੇ, ਭਾਵੇਂ ਨਿਹੰਗ ਸਿੰਘ ਸੰਪਰਦਾ, ਵੀ ਸਾਰੇ ਇਕਜੁੱਟ ਹੋ ਕੇ ਸਾਰੇ ਵਿਦਵਾਨ ਪ੍ਰੋਫੈਸਰ ਜਨ ਸਾਰੇ ਇਸ ਵਿਸ਼ੇ ਵੱਲ ਪੂਰਾ ਧਿਆਨ ਦੇਣ ਤਾਂ ਕਿ ਆਪਾਂ ਇਸ ਜਿਹੜੀ ਇਹ ਵਿਸ਼ੇ ਦੇ ਉੱਤੇ ਵਿਚਾਰ ਕਰੀਏ, ਚਰਚਾ ਕਰੀਏ, ਇਹਦੇ ਜਿੱਤ ਪ੍ਰਾਪਤ ਕਰ ਸਕੀਏ। ਸੋ ਇਹ ਸਨ ਗਿਆਨੀ ਗਗਨਦੀਪ ਸਿੰਘ ਜੀ, ਨਿਰਮਲ ਆਸ਼ਰਮ ਜੰਡਿਆਲੀ ਕਲਾਂ ਅਹਿਮਦਗੜ੍ਹ ਲੁਧਿਆਣਾ ਵਿਖੇ, ਜਿਨ੍ਹਾਂ ਨੇ ਕਿ ਸਾਡੇ ਨਾਲ ਇਸ ਗੱਲ 'ਤੇ ਖੁੱਲ੍ਹ ਕੇ ਵਿਚਾਰ ਕੀਤਾ ਕਿ ਜੇ ਇੱਕ ਓਂਕਾਰ ਦੇ ਸਰੂਪ ਦੇ ਉੱਤੇ ਹੀ ਉਹਦਾ ਇੱਕ ਅੰਗ ਕੱਟ ਦਿੱਤਾ ਗਿਆ, ਉਹਦੇ ਤੋਂ ਕਾਰ ਖਤਮ ਕਰ ਦਿੱਤੀ ਗਈ ਹੈ ਅਤੇ ਸਰੂਪ ਦੇ ਅੰਦਰ ਵੀ ਬੇਸ਼ੁਮਾਰ ਗਲਤੀਆਂ ਹੋ ਸਕਦੀਆਂ ਨੇ। ਅਤੇ ਦੂਸਰਾ, ਬਿਨਾਂ ਅਥਾਰਟੀ ਤੋਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਦਾ ਹੱਕ ਨਹੀਂ ਹੈ ਅਤੇ ਕਿਸ ਤਰ੍ਹਾਂ ਤਿਆਰ ਹੋ ਗਿਆ। ਔਰ ਤੀਸਰਾ ਕਿ ਇਹਦੀ ਸੇਵਾ ਸੰਭਾਲ ਕੌਣ ਕਰੇਗਾ। ਬਹੁਤ ਸਾਰੇ ਕੁਐਸਚਨ ਮਾਰਕ ਨੇ ਜਿਹੜੇ ਕਿ ਇਕੱਲੇ ਸਾਡੇ ਉੱਤੇ ਹੀ ਨਹੀਂ, ਸਾਰੇ ਸਿੱਖ ਪੰਥ ਦੇ ਉੱਤੇ ਨੇ ਅਤੇ ਜ਼ਿੰਮੇਵਾਰੀ ਬਣਦੀ ਆ ਅਕਾਲ ਤਖਤ ਸਾਹਿਬ ਸਕੱਤਰੇਤ ਦੀ ਕਿ ਉਹ ਦ੍ਰਿੜਤਾ ਨਾਲ ਪਹਿਰਾ ਦੇਵੇ। ਜੇ ਕਿਤੇ ਉਹਦੇ ਪੈਰ ਥਿੜਕਦੇ ਨੇ ਅਤੇ ਉਹ ਅਜਿਹੀਆਂ ਸੰਸਥਾਵਾਂ ਦਾ ਸਹਾਰਾ ਲੈ ਸਕਦੇ ਨੇ, ਇਹ ਜਿਹੀਆਂ ਸੰਸਥਾਵਾਂ ਦੀ ਇੱਕ ਸਬ ਕਮੇਟੀ ਬਣਾਉਣ ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਨਾਲ ਸਿੱਧਾ ਸੰਬੰਧ
ਨਾ ਹੋਵੇ, ਤਾਂ ਕਿ ਤੇ ਦ੍ਰਿੜਤਾ ਨਾਲ ਇੱਕ ਫੈਸਲਾ ਲੈ ਕੇ ਕੌਮ ਦੀ ਝੋਲੀ ਦੇ ਵਿੱਚ ਸੱਚ ਪਾਇਆ ਜਾਵੇ। ਸੋ ਇੰਨੇ ਕੁ ਵਿਚਾਰਾਂ ਦੇ ਨਾਲ ਅਸੀਂ ਗਿਆਨੀ ਗਗਨਦੀਪ ਸਿੰਘ ਜੀ ਦਾ ਜਿੱਥੇ ਧੰਨਵਾਦ ਕਰਦੇ ਹਾਂ, ਉੱਥੇ ਹੀ ਫਤਿਹ ਬੁਲਾਉਂਦੇ ਹੋਏ ਉਹਨਾਂ ਤੋਂ ਵਿਦਾ ਲੈਂਦੇ ਹਾਂ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।